हेलो बेटे किवें हो तुसी सारे ठीक हो ना। मैं थोड़ी रेनू मैम ते बेटे मैं थोड़ा वेलकम करदी हाँ अपनी इकनॉमिक्स की क्लास दे विच ते अपने स्कूल दे यूट्यूब चैनल देव स्मार्ट स्कूल ते। बेटे तुहानू पता कि आपां कोरिलेशन वाला टॉपिक जिहड़ा स्टार्ट किया होया कोरिलेशन दा चैप्टर ते तुहानू मैं चैप्टर स्टार्ट करन लगे दस्सिया सी कि इट्स वेरी इंपॉर्टेंट चैप्टर फ्रॉम द एग्जामिनेशन पॉइंट ऑफ व्यू क्योंकि तुहानू एक नूमैरिकल जिहड़ा हैगा ਉਹ ਇਹਦੇ ਵਿੱਚੋਂ ਲੌਂਗ ਆਨਸਰ ਟਾਈਪ 'ਚ ਆਊਗਾ ਅਤੇ ਇੱਕ ਸ਼ਾਰਟ ਆਨਸਰ ਟਾਈਪ ਦੇ ਵਿੱਚ ਆਊਗਾ। ਅਤੇ ਆਪਾਂ ਬੇਟੇ ਇਹਦੇ 'ਤੇ 2 ਵੀਡੀਓਜ਼ ਅਪਲੋਡ ਕਰ ਚੁੱਕੇ ਹਾਂ। ਫਸਟ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕੋਰਿਲੇਸ਼ਨ ਦਾ ਮੀਨਿੰਗ ਅਤੇ ਉਹਦੀਆਂ ਟਾਈਪਸ ਦੱਸੀਆਂ ਸੀ। ਹੋਪਫੁਲੀ ਤੁਸੀਂ ਵਾਚ ਕਰ ਲਈ ਹੋਊਗੀ ਕਿਉਂਕਿ ਜੇ ਆਪਾਂ ਨੂਮੈਰੀਕਲ ਪੋਰਸ਼ਨ ਸਮਝਣਾ ਤਾਂ ਉਹਦੇ ਲਈ ਆਪਾਂ ਨੂੰ ਉਹਦੀ ਥਿਓਰੈਟੀਕਲ ਜਿਹੜਾ ਪੋਰਸ਼ਨ ਆ ਉਹਦੀ ਅੰਡਰਸਟੈਂਡਿੰਗ ਹੋਣੀ ਜ਼ਰੂਰੀ ਆ। ਜਿਹੜੀ ਸੈਕਿੰਡ ਵੀਡੀਓ ਆਪਾਂ ਅਪਲੋਡ ਕੀਤੀ ਸੀ ਬੇਟੇ ਉਹ ਆਪਾਂ ਨੂਮੈਰੀਕਲ ਪੋਰਸ਼ਨ ਦੀ ਸੀ ਜਿਹਦੇ ਵਿੱਚ ਮੈਂ ਤੁਹਾਨੂੰ ਕਾਰਲ ਪੀਅਰਸਨਸ ਮੈਥਡ ਆਫ ਕੋਰਿਲੇਸ਼ਨ ਜਿਹੜਾ ਉਹ ਕਰਵਾਇਆ ਸੀ ਅਤੇ ਮੈਂ ਤੁਹਾਨੂੰ ਇਹ ਦੱਸਿਆ ਸੀ ਕਿ ਕੋਰਿਲੇਸ਼ਨ ਫਾਈਂਡ ਆਊਟ ਕਰਨ ਦੇ 2 ਮੈਥਡ ਹੁੰਦੇ ਆ। ਵਨ ਇਜ਼ ਕਾਰਲ ਪੀਅਰਸਨਸ ਮੈਥਡ ਅਤੇ ਸੈਕਿੰਡ ਵਨ ਇਜ਼ ਸਪੀਅਰਮੈਨਸ ਮੈਥਡ। ਉਮੀਦ ਕਰਦੀ ਹਾਂ ਕਿ ਤੁਸੀਂ ਫਸਟ ਮੈਥਡ ਜਿਹੜਾ ਹੈ ਉਹ ਕਰ ਚੁੱਕੇ ਹੋਵੋਗੇ ਅਤੇ ਅੱਜ ਦਾ ਸੈਕਿੰਡ ਮੈਥਡ ਸਮਝਣ ਤੋਂ ਪਹਿਲਾਂ ਇਫ ਤੁਸੀਂ ਹਜੇ ਉਹ ਵੀਡੀਓਜ਼ ਵਾਚ ਨਹੀਂ ਕੀਤੀਆਂ ਤਾਂ ਜ਼ਰੂਰ ਵਾਚ ਕਰ ਲਿਆ ਜੇ ਜੇਕਰ ਤੁਸੀਂ ਅੱਜ ਵਾਲੀ ਵੀਡੀਓ ਨੂੰ ਸਮਝਣਾ ਚਾਹੁੰਦੇ ਹੋ ਅੱਜ ਵਾਲੇ ਟੌਪਿਕ ਨੂੰ ਸਮਝਣਾ ਚਾਹੁੰਦੇ ਹੋ। ਤਾਂ ਇਸ ਤੋਂ ਪਹਿਲਾਂ ਕਿ ਮੈਂ ਅੱਜ ਵਾਲਾ ਸਪੀਅਰਮੈਨਸ ਮੈਥਡ ਸਟਾਰਟ ਕਰਵਾਉਣਾ ਮੈਂ ਚਾਹੁੰਦੀ ਹਾਂ ਕਿ ਬੇਟੇ ਜੇ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਇਫ ਤੁਸੀਂ ਚੈਨਲ 'ਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਪਲੀਜ਼ ਚੈਨਲ ਸਬਸਕ੍ਰਾਈਬ ਕਰ ਲਓ। ਵੀਡੀਓ ਨੂੰ ਐਂਡ ਤੱਕ ਵਾਚ ਕਰਿਆ ਜੇ ਤੁਹਾਨੂੰ ਸਮਝ ਆ ਗਈ ਮੇਰੇ ਟੌਪਿਕ ਦੀ ਤਾਂ ਲਾਈਕ ਵੀ ਜ਼ਰੂਰ ਕਰਿਆ ਜੇ। ਓਕੇ ਬੇਟੇ ਤਾਂ ਤੁਸੀਂ ਚੈਨਲ ਸਬਸਕ੍ਰਾਈਬ ਕਰੋ ਅਤੇ ਮੈਂ ਤੁਹਾਨੂੰ ਅੱਜ ਵਾਲਾ ਟੌਪਿਕ ਕਰਵਾਉਣੀ ਆ ਸਪੀਅਰਮੈਨਸ ਰੈਂਕ ਕੋਰਿਲੇਸ਼ਨ ਮੈਥਡ ਐਂਡ ਆਈ ਵਿਲ ਐਕਸਪਲੇਨ ਫੁੱਲੀ ਕਿ ਅਸੀਂ ਇਹ ਮੈਥਡ ਕਿਉਂ ਯੂਜ਼ ਕਰਦੇ ਹਾਂ ਅਤੇ ਕਦੋਂ ਯੂਜ਼ ਕਰਦੇ ਹਾਂ। ਤਾਂ ਸਪੀਅਰਮੈਨਸ ਮੈਥਡ ਆਫ ਕੋਰਿਲੇਸ਼ਨ ਜਿਹੜਾ ਹੈ ਉਹ ਹੈ ਕੀ ਚੀਜ਼ ਜਿਵੇਂ ਕਿ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਲਿਖਿਆ ਹੋਇਆ ਇੱਥੇ ਕਿ ਸਪੀਅਰਮੈਨਸ ਰੈਂਕ ਕੋਰਿਲੇਸ਼ਨ ਦ ਵਰਡ ਆਈ ਹੈਵ ਯੂਜ਼ਡ ਓਵਰ ਹੇਅਰ ਦੈਟ ਇਜ਼ ਰੈਂਕ ਕੋਰਿਲੇਸ਼ਨ। ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੂੰਗੀ ਕਿ ਜਿਹੜਾ ਸਪੀਅਰਮੈਨ ਦਾ ਮੈਥਡ ਹੈ ਨਾ ਸਪੀਅਰਮੈਨ ਮਤਲਬ ਨਾਮ ਹੈ ਇੱਕ ਸਾਈਕੈਟ੍ਰਿਸਟ ਸੀ। ਸਪੀਅਰਮੈਨ ਇੱਕ ਸਾਈਕੈਟ੍ਰਿਸਟ ਸੀ ਉਹਨਾਂ ਦਾ ਪੂਰਾ ਨਾਮ ਸੀ ਚਾਰਲਸ ਐਡਵਰਡ ਸਪੀਅਰਮੈਨ ਅਤੇ 1904 ਦੇ ਵਿੱਚ ਇਹ ਮੈਥਡ ਦਿੱਤਾ ਸੀ ਉਹਨਾਂ ਨੇ। ਇਸ ਮੈਥਡ ਦੇ ਵਿੱਚ ਅਤੇ ਕਾਰਲ ਪੀਅਰਸਨ ਦੇ ਮੈਥਡ ਵਿੱਚ ਬੇਸਿਕ ਡਿਫਰੈਂਸ ਕੀ ਹੈਗਾ ਬੇਟੇ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ ਕਈ ਵਾਰੀ ਇਸ ਤਰ੍ਹਾਂ ਹੁੰਦਾ ਬੇਟੇ ਕੁਝ ਚੀਜ਼ਾਂ ਇਹੋ ਜਿਹੀਆਂ ਨੇ ਜਿਹੜੇ ਵੇਰੀਏਬਲਸ 2 ਵੇਰੀਏਬਲਸ ਦੇ ਆਪਾਂ ਕਿਉਂਕਿ ਕੋਰਿਲੇਸ਼ਨ ਪਤਾ ਕਰਦੇ ਹਾਂ ਤਾਂ ਵੇਰੀਏਬਲਸ ਐਸੇ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਨੂਮੈਰਿਕ ਵੇ ਦੇ ਵਿੱਚ ਜਾਂ ਡਿਜਿਟ ਦੇ ਵਿੱਚ ਦੱਸ ਨਹੀਂ ਸਕਦੇ। ਜਿਵੇਂ ਆਪਾਂ ਕਿਸੇ ਨੂੰ ਕਹਿਣਾ ਹੋਵੇ ਕਿ ਉਹ ਪਰਸਨ ਬਹੁਤ ਚੰਗਾ ਹੈ ਮਤਲਬ ਉਹਦੀ ਗੁੱਡਨੈਸ ਜਿਹੜੀ ਆ ਆਪਾਂ ਦੱਸਣੀ ਹੈ ਜਾਂ ਉਹ ਇਨਸਾਨ ਬਹੁਤ ਯੋਗ ਹੈ ਆਪਾਂ ਉਹਦੀ ਐਬਿਲਿਟੀ ਦੱਸਣੀ ਆ ਜਾਂ ਉਹ ਬਹੁਤ ਇੰਟੈਲੀਜੈਂਟ ਹੈ ਮਤਲਬ ਉਹਦੀ ਇੰਟੈਲੀਜੈਂਸ ਦੱਸਣੀ ਆ ਜਾਂ ਬਹੁਤ ਗਰੀਬ ਆ ਪਾਵਰਟੀ ਦੱਸਣੀ ਆ ਜਾਂ ਬਹੁਤ ਬਹਾਦਰ ਆ ਬਰੇਵਰੀ ਦੱਸਣੀ ਆ। ਮਤਲਬ ਕੁਝ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਨੰਬਰਸ ਦੇ ਵਿੱਚ ਡਿਪਿਕਟ ਨਹੀਂ ਕਰ ਸਕਦੇ ਆਪਾਂ ਦੱਸ ਨਹੀਂ ਸਕਦੇ ਵੀ ਉਹ ਕਿੰਨਾ ਬਹਾਦਰ ਹੈ ਠੀਕ ਹੈ। ਬਸ ਆਪਾਂ ਉਹਦਾ ਲੈਵਲ ਜਿਹੜਾ ਹੈ ਉਹ ਆਪਿਆਂ ਲੋ ਕਰਕੇ ਜ਼ਿਆਦਾ ਜਾਂ ਘੱਟ ਕਰਕੇ ਦੱਸ ਸਕਦੇ ਹਾਂ ਲੇਕਿਨ ਆਪਾਂ ਨੰਬਰ ਨਹੀਂ ਦੇ ਸਕਦੇ। ਆਪਾਂ ਨਹੀਂ ਕਹਿ ਸਕਦੇ ਕਿ ਉਹ 20 ਨੰਬਰ 'ਤੇ ਹੈ ਜਾਂ 10 ਨੰਬਰ 'ਤੇ ਹੈ ਉਹ ਗਰੀਬ ਜਾਂ ਉਹ ਖੂਬਸੂਰਤ ਹੈ। ਤੁਸੀਂ ਦੇਖਿਆ ਹੋਣਾ ਜਦੋਂ ਜੱਜਮੈਂਟ ਹੁੰਦੀ ਆ ਜਦੋਂ ਪਰਫੋਰਮੈਂਸਿਸ ਹੁੰਦੀਆਂ ਨੇ ਸਟੇਜ ਦੇ ਉੱਪਰ ਤਾਂ ਜੱਜ ਵੀ ਜਦੋਂ ਉਹਨਾਂ ਨੂੰ ਰੈਂਕ ਕਰਦੇ ਆ ਤਾਂ 1 to 10 ਦੇ ਵਿੱਚ ਰੈਂਕ ਕਰ ਦਿੰਦੇ ਆ ਨਾ ਵੀ ਹਾਂ ਇਹ 2 ਨੰਬਰ ਦੇ ਅਕੋਰਡਿੰਗ ਹੈ ਜਾਂ 3 ਜਾਂ 4 5 6 7 8 9 ਜਾਂ 10 ਦੇ ਅਕੋਰਡਿੰਗ ਲਾਈਕ ਦੈਟ। ਮਤਲਬ ਕੁਝ ਜਿਹੜੀ ਆਪਾਂ ਇੱਥੇ ਇਹ ਵਰਡ ਯੂਜ਼ ਕਰ ਸਕਦੇ ਹਾਂ ਕਿ ਕੁਆਲੀਟੇਟਿਵ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਕੁਆਲੀਟੇਟਿਵ ਕੁਆਲਿਟੀ ਜਿਨ੍ਹਾਂ ਦੇ ਵਿੱਚ ਆਪਾਂ ਬਿਆਨ ਕਰਦੇ ਹਾਂ ਤਾਂ ਉਹ ਜਿਹੜੀਆਂ ਕੁਆਲੀਟੇਟਿਵ ਚੀਜ਼ਾਂ ਨੇ ਉਹਨਾਂ ਦੇ ਵਿੱਚ ਜਦੋਂ ਆਪਾਂ ਕੋਰਿਲੇਸ਼ਨ ਪਤਾ ਕਰਨੀ ਹੁੰਦੀ ਆ ਬੇਟੇ ਉਦੋਂ ਆਪਾਂ ਫਿਰ ਚਾਰਲਸ ਐਡਵਰਡ ਸਪੀਅਰਮੈਨ ਦਾ ਜਿਹੜਾ ਮੈਥਡ ਹੈ ਆਪਾਂ ਉਹਨੂੰ ਚਾਰਲਸ ਐਡਵਰਡ ਸਪੀਅਰਮੈਨਸ ਨਹੀਂ ਕਹਿੰਦੇ ਜਸਟ ਸਪੀਅਰਮੈਨਸ ਰੈਂਕ ਕੋਰਿਲੇਸ਼ਨ ਕਹਿ ਦਿੰਦੇ ਹਾਂ ਤਾਂ ਆਪਾਂ ਇਹਨੂੰ ਯੂਜ਼ ਕਰਦੇ ਹਾਂ ਬੇਟੇ। ਹਾਂਜੀ ਬੇਟੇ ਤਾਂ ਫਿਰ ਜਦੋਂ ਆਪਾਂ ਸਪੀਅਰਮੈਨਸ ਮੈਥਡ ਯੂਜ਼ ਕਰਨਾ ਨਾ ਬੇਟੇ ਤਾਂ ਆਪਾਂ 2 ਗੱਲਾਂ ਇੱਥੇ ਯਾਦ ਰੱਖਣੀਆਂ ਨੇ। ਇੱਕ ਹੋ ਸਕਦਾ ਕਿ ਰੈਂਕ ਦਿੱਤੇ ਹੋਏ ਆ ਅਤੇ ਇੱਕ ਹੋ ਸਕਦਾ ਕਿ ਰੈਂਕ ਨਹੀਂ ਦਿੱਤੇ ਹੋਏ। ਰੈਂਕ ਗਿਵਨ ਜਾਂ ਰੈਂਕ ਨਾਟ ਗਿਵਨ ਮਤਲਬ ਕੀ ਹੈ ਇਹਦਾ ਦੇਖੋ ਰੈਂਕਸ ਮਤਲਬ ਕੀ ਹੈ ਜਿਵੇਂ ਆਪਾਂ ਕਲਾਸ ਦੇ ਵਿੱਚ 1st 2nd 3rd 4th ਕਹਿ ਦਿੰਦੇ ਹਾਂ
इस तरह ही करते हैं ना बई ये बच्चा फर्स्ट कहना मतलब होंदा है कि ये बच्चा सब तो ज़्यादा इंटैलीजेंट है, सैकेंड है तो उस तो थोड़ा जिहा घट है, थर्ड है थोड़ा जिहा होर घट है, तो मतलब आप रैंकिंग करती, ठीक है, नंबर 1 2 3 4 5 करता आप तो रैंक्स देते उन्होंने। मिलटरी विच रैंक होंदे आ है ना, अपर लोअर लोअर होर लोअर, तो इस तरीके दे नाल रैंक्स है। स्कूल दे विच हुंदा प्रिंसीपल हुंदा है, टीचर्स हुंदे आ, होर सबऑर्डीनेट स्टाफ हुंदा है, ठीक है, एंड दीज आर आल्सो रैंक्स। तो मतलब आप रैंक कई बारी की हुंदा जो आप सम करते हैं तो रैंक ऑलरेडी गिवन होंदे आ ते कई बारी आपां नूं रैंक देने पैंदे आ। तो रैंक्स गिवन होंदे आ, आपां एक सम इस तरीके दा करांगे बेटे, तो जिहड़े रैंक्स जो नहीं दिते होंदे एक सम आपां उदों करांगे। लेकिन तुहानूं ये जरूर लगूगा कि जिहड़ा ये वाला मैथड है ना स्पीयरमैनस मैथड ऑफ रैंक कोरिलेशन, ये ज़्यादा ईजी है बेटे कार्ल पियरसन दे नालों, उहदे नालों कैलकुलेशन ज़्यादा सौखियां ने, ठीक है। चलो फिर आपां करदे हां फर्स्ट पार्ट वैन रैंक्स आर गिवन, जदों रैंक्स दिते हुए होंदे ने। हाँ जी बेटे, तो हुण आपां सम करन जा रहे हैं रैंक कोरिलेशन दा स्पीयरमैन दा कि जो रैंक दिते हुए होंदे ने। मैं थोड़ा ज़्यादा तुहानूं थोड़ी गल समझा लवां। हुण सपोज करो आ देखो दो जजिज है, जज एक्स है तो जज वाई हैगा, ठीक है। जिहड़ा जज एक्स है मान लो परफॉर्मेंस जिहड़े कर रहे ने उन्होंने रैंक दे रहा, देखो उन्हें फस्ट कैंडिडेट नूं 1 नंबर दिता, दूसरे नूं 2 दिता, फिर 3 फिर 4 फिर 5 फिर 6 एंड सो ऑन। हुण ये फर्क है कि जिहड़ा जज वाई है वो उस बंदे नूं 10 मार्क्स दे रहा जिन्हों जज एक्स 1 दे रहा है, इनू मार्क्स किने दे रहा 6 दे रहा। हुण तुसीं नोटिस किया होना है कि ये ऑलरेडी रैंक दिते हुए है कि 1 तो 10 दे विच ही रैंक होंदे आ बेटे हमेशा, ठीक है। जदों भी आपां बई रैंकिंग करनी होगी ना 1 2 3 4 5 के अकॉर्डिंग करनी होगी कि ये फस्ट है सैकेंड है थर्ड है फोर्थ है। लेकिन जे हाँ जी बेटे, तो मैं कह रही सी कि जेकर देखो जिवें 1 2 3 के अकॉर्डिंग ही रैंक होंदे आ, तो जे रैंक ऑलरेडी 1 2 3 दिते हुए है ना, फिर आपां नूं रैंक देने की जरूरत नहीं, रैंकिंग करन दी लोड़ नहीं हैगी। आपां की करना बेटे, आपां इन्हां नूं जो इत्थे अपने कोल स्टेटमेंट होगी उन्होंने आपां की लिख लेना है। उन्होंने आपां जिवें एक्स है तो इनू हाँ जी बेटे, तो जिहड़ा जज एक्स है उन्होंने आपां R1 कह देंगे कि रैंक 1, तो जिहड़ा जज वाई है उहदा आपां की कह देंगे रैंक 2 R2, ठीक है। इट्स अ वेरी ईजी सम, द ईजीएस्ट सम एक्चुअली। तो असी की करना बेटे, आप मैंने फॉर्मूला लिख के दिखा दिए ताकि तुहानूं पता लग जाए कि आप फाइंड आउट की करना। तो सब तो पहली गल तो यह है बेटे भी ਇਹਦੇ ਵਿੱਚ ਜਦੋਂ ਆਪਾਂ ਕੋਰਿਲੇਸ਼ਨ फाइंड आउट करते हैं ना, ਆਪਾਂ ਉਹਨੂੰ आर के देखो फुट ਦੇ ਵਿੱਚ मैं के पाई है ना जिवें रैंक, ताकि डिफरेंस हो जाए ਉਹਦੇ ਵਿੱਚ ਆਪਾਂ ਕੱਲੀ ਸਮॉल आर ਪਾਉਂਦੇ ਸੀ है ना, इस तरह करके। ਤਾਂ ਉਹਦੇ ਵਿੱਚ ਆਪਾਂ ਕੱਲੀ ਸਮॉल आर ਨਾਲ ਕਰਦੇ ਸੀ, ਤਾਂ ਉਹ ਕੋਰਿਲੇਸ਼ਨ ਕਾਹਦੇ ਨਾਲ ਸੀ, कार्ल पियरसन ਦੇ ਨਾਲ। ਤੇ ਇਹਦੇ ਵਿੱਚ ਕੀ ਆਪਾਂ के ਪਾ ਦਿੰਦੇ ਆ ਫੁੱਟ ਵਿੱਚ। ਫਾਰਮੂਲਾ ਹੈਗਾ 1 - 6 सिग्मा डी स्केयर ओवर n क्यूब माइनस n, ठीक है। बहुत ही सिंपल है। n की है नंबर ऑफ टर्म्स जिन्नियां भी इत्थे हैगियां, जिवें कि 10 है इहदे विच, ते d की हैगा इत्थे डिफरेंस, डी स्केयर डिफरेंस दा स्केयर, ते सिग्मा हुंदा सम। हुण डिफरेंस काहदा करना आपां, ਜਿਹੜੇ ਆਪਾਂ रैंक्स इत्थे फाइंड आउट किए है ना बेटे, आप फाइंड आउट नहीं किए, आपां तां गिवन ही सी। ਜਿਹੜੇ ये रैंक है इन्हां तो डी फाइंड आउट कर लैनी है, R1 - R2, ठीक है। सो सिंपल, R1 - R2 ਜਿਹੜਾ ਆਪਾਂ फाइंड आउट करांगे कि आ जूगी डी आ जूगी, जिवें 1 - 10 - 9, 2 - 6 - 4, 3 - 5 - 2, 4 - 4 0, ठीक है बेटे। 5 - 7 - 2, 6 - 9 - 3, 7 - 8 - 1, then 6, 9 - 1 8, OMG नज़र आ गया थानू। 10 - 3 = 7, मेरा ध्यान ही नहीं सीगा उपर तुहानूं नज़र आया कि नहीं आया, चलो होपफुली तुहानूं पता लग गया होना। 6 - 9 - 3 एंड सो ऑन। हुण ये जिहड़ी तुहाडे कोल वैल्यूज़ आ गई ना बेटे, यानी कि डी जी आ गई है, तुसीं की करना है हुण डी का स्क्वेयर कर लेना, दैट सो सिंपल, ठीक है। 81 आ गया, ये तुहानूं पता है ना कि स्क्वेयर करन दी सारियां नैगेटिव टर्म्स भी पॉजिटिव हो जाएगियां। 16 आ गया बेटे, 4 0 4 9, ओके जी, 1 36, राइट, ठीक है ना।
ਤੇ 8 8 जा 64 ਐਂਡ 49। ਹੁਣ ਆਪਾਂ ਇਹਨਾਂ ਨੂੰ ਐਡ ਕਰ ਲੈਣਾ ਹੈ। ਤਾਂ ਮੈਂ ਸਾਈਡ ਤੇ ਲਿਖ ਰਹੀ ਹਾਂ ਕਿਉਂਕਿ ਮੇਰੇ ਕੋਲ ਥੋੜੀ ਸਪੇਸ ਇੱਥੇ ਘੱਟ ਹੈ। ਸਿਗਮਾ ਡੀ ਸਕੁਅਰ, ਸਿਗਮਾ ਦਾ ਮਤਲਬ ਮੈਂ ਤੁਹਾਨੂੰ ਆਲਰੇਡੀ ਸਮਝਾਇਆ ਹੋਇਆ ਕਿ ਸਿਗਮਾ ਮਤਲਬ ਸਮੇਸ਼ਨ, ਯਾਨੀ ਇਹ ਜਿੰਨੀ ਵੀ ਡੀ ਆਪਣੇ ਕੋਲ ਆਈ ਆ ਆਪਾਂ ਸਾਰਿਆਂ ਨੂੰ ਇਹਨਾਂ ਨੂੰ ਐਡ ਕਰ ਲੈਂਦੇ ਹਾਂ ਬੇਟੇ। ਹਾਂਜੀ ਬੇਟੇ, ਤਾਂ ਆਪਾਂ ਜਦੋਂ ਐਡ ਕਰ ਲਾਂਗੇ ਤਾਂ ਦੇਖੋ 6 4 10 9 19 20 ਤੇ 9 29 4, ਓਕੇ। ਇਹਨੂੰ ਐਡ ਕਰਕੇ ਆਪਣੇ ਕੋਲੇ ਆ ਗਿਆ ਬੇਟੇ 264। ਠੀਕ ਹੈ, ਜਦੋਂ ਆਪਾਂ ਇਹਨਾਂ ਸਾਰੀਆਂ ਟਰਮਸ ਨੂੰ ਐਡ ਕਰ ਲਿਆ ਤਾਂ ਐਡ ਕਰਨ ਤੋਂ ਬਾਅਦ ਆਪਣੇ ਕੋਲੇ ਕੀ ਆ ਗਿਆ 264। ਹੁਣ ਕੀ ਕਰਨਾ ਹੈ, ਸੋ ਸਿੰਪਲ। ਮੈਂ ਤੁਹਾਨੂੰ ਕਿਹਾ ਸੀ ਨਾ ਇਹ ਸਮ ਬਹੁਤ ਈਜ਼ੀ ਆ, ਈਵਨ ਕੈਲਕੂਲੇਟਰ ਇਜ਼ ਅਲਾਉਡ to solve the calculations। and secondly ਕਾਰਲ ਪੀਅਰਸਨ ਚ रूट वगैरह ਦਾ ਚੱਕਰ ਸੀ, ਇੱਥੇ ਉਹ ਵੀ ਨਹੀਂ ਹੈਗਾ ਗਾ। 1 - 6 सिग्मा डी स्केयर, सिग्मा डी स्केयर कितना आया बेटे 264। ठीक है ना, ओवर n क्यूब माइनस n। मैं ਤੁਹਾਨੂੰ ਦੱਸਿਆ ਕਿ ਆਲਰੇਡੀ ਕਾਊਂਟ ਕਰ ਲਿਆ ਟਰਮਸ ਆਪਾਂ, ਟੋਟਲ ਕਿੰਨੀ ਹੈ 10 ਹੈ, ਤਾਂ 10 ਦਾ ਕਿਊਬ ਮਾਈਨਸ 10 ਬੇਟੇ, ਰਾਈਟ। ਹੁਣ ਆਪਾਂ ਇੱਥੇ ਕੈਲਕੂਲੇਸ਼ਨ ਕਰਦੇ ਹਾਂ ਤਾਂ ਇਹ ਆਪਣੇ ਕੋਲ ਆ ਗਿਆ 1 - 6 ਨੂੰ ਮਲਟੀਪਲਾਈ ਕਰ ਦਿਓ ਫਟਾਫਟ, ਕਿੰਨਾ ਆਇਆ ਤੁਹਾਡੇ ਕੋਲੇ, ਤਾਂ ਇਹਨੂੰ ਮਲਟੀਪਲਾਈ ਕਰਕੇ ਆਪਣੇ ਕੋਲੇ ਬਣ ਗਿਆ 6 ਚੌਕਾ 24 ਤੇ 2 36 ਤੇ 2 38 3 ਤੇ 15 1584। अच्छा 10 ਦਾ ਕਿਊਬ ਕੀਤਾ 1000 ਆ ਜਾਊਗਾ ਨਾ, 10 × 10 × 10 1000। ठीक है, तो माइनस 10। ओके बेटे, साइड पे कर दिया बाकी सम। मैं इत्थे 1584 आ गया, तो 1 - 1584 1000 चो 10 माइनस किए तो 990 आ गया। ओके, हुण तुसीं की करना है, अपने कैलकुलेशनस करनिया ने, कैलकुलेटर नाल कर लो डिवाइड। 1584 ਨੂੰ 990 ਨਾਲ डिवाइड किया तो 1 माइनस अपने को आ गया 1.6। ठीक है बेटे, 1 - 1.6 आ गया। जो आप इनू माइनस करांगे तो माइनस 0.6 आ गया। तो यदा मतलब ये हो गया कि जी रैंक अपने को कोरिलेशन आ गई माइनस 0.6 आ गई। एंड दैट्स ऑल, सो ईजी इट इज़ कि रैंक दिते हुए सीगे, जस्ट आपां की कीता हैगा, जस्ट आपां इन्हां नूं माइनस कीता रैंक्स नूं, डी आ गई, डी दा स्क्वेयर कर लिया। ਜਦੋਂ ਆਪਾਂ ਉਹਨੂੰ ਐਡ ਕੀਤਾ ਸਿਗਮਾ ਡੀ ਸਕੁਅਰ ਤਾਂ ਇਸ ਫਾਰਮੂਲੇ ਵਿੱਚ ਪੁੱਟ ਕਰਤੀ। ਕਿਹੜੇ ਫਾਰਮੂਲੇ 'ਚ? ਆ ਵਾਲੇ ਵਿੱਚ। ਤੁਸੀਂ ਇਸ ਫਾਰਮੂਲੇ ਨੂੰ ਪੂਰੇ ਲਰਨ ਕਰ ਲੈਣਾ ਰੈਂਕ ਕੋਰਿਲੇਸ਼ਨ ਵਾਸਤੇ। ਐਂਡ ਦਿਸ ਇਜ਼ ਸੋ ਈਜ਼ੀ। ਠੀਕ ਹੈ, ਉਹਦੇ ਨਾਲੋਂ ਬਹੁਤ ਸੌਖਾ ਹੈ। ਹੁਣ ਫਟਾਫਟ ਆਪਾਂ ਕਰ ਲੈਂਦੇ ਹਾਂ ਸੈਕਿੰਡ ਪਾਰਟ, ਜਦੋਂ ਸੈਕਿੰਡ ਸਮ ਐਕਚੁਅਲੀ, ਕਿ ਜਦੋਂ ਰੈਂਕਸ ਦਿੱਤੇ ਨਹੀਂ ਹੁੰਦੇ, ਰੈਂਕਸ ਵੀ ਅਸੀਂ ਖੁਦ ਦੇਣੇ ਹੁੰਦੇ ਆ। ਓਕੇ ਬੇਟੇ, ਤਾਂ ਚਲੋ ਫਿਰ ਮੇਰਾ ਜਿਹੜਾ ਇੱਕ ਸਿਗਨੇਚਰ ਹੈ ਉਹ ਹੈਗਾ ਕਿ ਸਮਾਈਲ ਵੈਨ ਯੂ ਡੂ ਅ ਸਮ। ਓਕੇ ਬੇਟੇ, ਚਲੋ ਫਿਰ ਆਪਾਂ ਨੈਕਸਟ ਸਮ ਕਰਦੇ ਹਾਂ। ਹਾਂਜੀ ਬੇਟੇ, ਤਾਂ ਹੁਣ ਆਪਾਂ ਸੈਕਿੰਡ ਸਮ ਕਰਨ ਜਾ ਰਹੇ ਹਾਂ। ਕੋਰਿਲੇਸ਼ਨ ਕਰਨ ਵਾਸਤੇ ਰੈਂਕ ਕੋਰਿਲੇਸ਼ਨ, ਐਕਚੁਅਲੀ ਆਪਾਂ ਰੈਂਕ ਕੋਰਿਲੇਸ਼ਨ ਪਤਾ ਕਰਨਾ ਹੈ ਆਰ ਕੇ। ਠੀਕ ਹੈ, ਤਾਂ ਇਹਦੇ ਵਿੱਚ ਦੇਖੋ ਆਪਾਂ ਨੂੰ ਐਕਸ ਤੇ ਵਾਈ ਦੋ ਸੀਰੀਜ਼ ਦਿੱਤੀਆਂ ਹੋਈਆਂ ਨੇ। ਠੀਕ ਹੈ, ਤੇ ਦੋਨਾਂ ਦੇ ਵਿੱਚ ਜਿਵੇਂ 15 17 14 ਐਂਡ ਸੋ ਔਨ ਨੰਬਰਸ ਦਿੱਤੇ ਹੋਏ ਆ। ਤਾਂ ਆਪਾਂ ਕੀ ਕਰਾਂਗੇ ਬੇਟੇ, ਆਪਾਂ ਇਹਨੂੰ ਰੈਂਕ ਦੇਵਾਂਗੇ ਆਪਦੇ ਨਾਲ ਕੋਲੋਂ। ਹੁਣ ਰੈਂਕ ਕਿਵੇਂ ਦੇਣੀ ਆ, ਪਹਿਲਾਂ ਤਾਂ ਆਪਾਂ ਇੱਥੇ ਲਿਖ ਲੈਂਦੇ ਹਾਂ। ਮੈਨੂੰ R1 R2, ਫਿਰ ਮੈਨੂੰ D ਚਾਹੀਦੀ ਹੈ ਤੇ ਫਿਰ ਮੈਨੂੰ ਚਾਹੀਦੀ ਹੈ D ਸਕੁਅਰ। ਇਹ ਤਾਂ ਤੁਹਾਨੂੰ ਪਤਾ ਲੱਗ ਗਿਆ ਨਾ। ਹੁਣ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਰੈਂਕ ਕੱਢ ਕੇ ਦਿਖਾਉਣੀ ਕਿ ਰੈਂਕ ਕਿਵੇਂ ਦੇਣੇ ਆ। ਦੇਖੋ ਰੈਂਕ ਦੇਣ ਦੇ ਦੋ ਤਰੀਕੇ ਹੁੰਦੇ ਆ। ਇੱਕ ਮੈਥਡ ਹੁੰਦਾ ਕਿ ਤੁਸੀਂ ਅਸੈਂਡਿੰਗ ਆਰਡਰ 'ਚ ਦੇ ਦਿਓ ਜਾਂ ਡਿਸੈਂਡਿੰਗ 'ਚ। ਅਸੈਂਡਿੰਗ ਮਤਲਬ ਸਭ ਤੋਂ ਛੋਟੀ ਵਾਲੀ ਨੂੰ 1 ਕਹਿ ਦਿਓ, ਉਸ ਤੋਂ ਵੱਡੀ ਵਾਲੀ ਨੂੰ 2 ਕਹਿ ਦਿਓ, ਉਸ ਤੋਂ ਵੱਡੀ ਨੂੰ 3 4 5 ਐਂਡ ਸੋ ਔਨ। ਠੀਕ ਹੈ, 1 2 3 4। ਦੂਸਰਾ ਵੇ ਹੁੰਦਾ ਕਿ ਸਭ ਤੋਂ ਵੱਡੀ ਟਰਮ ਜਿਹੜੀ ਹੈ, ਜਿਵੇਂ ਇੱਥੇ 18 ਹੈ, ਉਹਨੂੰ 1 ਕਹਿ ਦਿਓ। ਚਲੋ ਤੁਹਾਨੂੰ ਦੇ ਕੇ ਦਿਖਾ ਦੇਣਾ ਆਪਾਂ ਵੀ ਰੈਂਕ ਕਿਵੇਂ ਦਿੰਦੇ ਆ। ਸਭ ਤੋਂ ਗ੍ਰੇਟਰ ਕਿਹੜੀ ਆ, ਵੱਡੀ ਕਿਹੜੀ ਆ, 18। ਆਪਾਂ ਇਹਨੂੰ ਕੀ ਦੇਤਾ 1 ਰੈਂਕ ਦੇਤਾ। ਠੀਕ ਹੈ, ਧਿਆਨ ਰੱਖਣਾ। ਉਸ ਤੋਂ ਛੋਟੀ ਕਿਹੜੀ ਹੈ 17, ਤਾਂ ਉਹਨੂੰ ਰੈਂਕ ਕਿਹੜਾ ਦੇਤਾ 2 ਦੇਤਾ। ਉਸ ਤੋਂ ਛੋਟੀ ਕਿਹੜੀ ਹੈ 16, ਤਾਂ ਰੈਂਕ ਕੀ ਆ ਗਿਆ 3। ਫਿਰ 15 4 ਆ ਗਿਆ, ਫਿਰ 14 5 ਆ ਗਿਆ, ਫਿਰ 13 6 ਆ ਗਿਆ, ਫਿਰ 12 7 ਆ ਗਿਆ। ਸਾਹਮਣੇ ਹੀ ਲਿਖਣਾ ਉਹਦੇ, ਅੱਛਾ ਇਹ ਮਿਸਟੇਕ ਨਾ ਕਰ ਦਿਆ ਜੀ। 12 7 ਆ ਗਿਆ। ਫਿਰ ਉਸ ਤੋਂ ਛੋਟੀ 11 8 ਆ ਗਿਆ। ਫਿਰ ਉਸ ਤੋਂ ਛੋਟੀ 10
9 आ गया तो उस तो छोटा 9 फिर इनू क्या आ गया 10। ठीक है, तो अपना रैंक देते जिस तरीके नाल भी उन्होंने नंबरिंग हुई सी। हुण उस तो बाद अपने कोल आ गया वाई। जिहड़ी वाई सीरीज़ है, जे आपां इहदे विच सब तो वड्डी वाली नूं रैंक 1 दिता तो ये भी सेम ही चलूगा, ये उल्ट नहीं कर देना। ये सब तो बड़ी वाली किहड़ी टर्म हैगी बेटे 15, तो इनू रैंक 1 हो गया। 15 तो लभ लो छोटी किहड़ी है 12, रैंक 2 हो गया। 12 तो छोटी किहड़ी है 10, तो रैंक ही हो गया 3। ठीक है, तो इस तो बाद की आ गया 9, रैंक 4 आ गया। 9 तो बाद केड़ा बेटे 9 तो छोटा 8 हैगा, देख लो नहीं हैगा। फिर 7, 5 आ गया। फिर 7 तो छोटा की है 6, तो रैंक 6 हो गया। 6 तो छोटा केड़ा 5, 7 आ गया। 5 तो छोटा केड़ा 4, 8 आ गया। तो 4 तो छोटा केड़ा 3, 9 आ गया। एंड फिर 10 आ गया। ठीक है, समझ आई गल दी। तो एक चीज़ याद रखनी है कि जे इत्थे 10 टर्म्स है, ठीक है, तो यदा मतलब है 10 तो ज़्यादा थोड़ा रैंक नहीं आने वाला गा। अगर तुहाडा रैंकिंग गलत होगी जे तुहाडे तो 10 तो घट आ रहा है या 10 तो वध आ रहा है, यदा मतलब है कोई डिजिट घट लिखी गई है या वध लिखी गई है। अगर एन टोटल 10 हैगी है तो रैंकिंग भी 1 to 10 ही जाऊगी, क्योंकि सब तो वड्डे नंबर में असी 1 दिता है तो फिर इस तरीके दे नाल असी घटते गए हैं। चलो हुण आपां डी फाइंड आउट करनी है। डी किहड़ी सी अपने कोले R1 माइनस R2 बेटे। ठीक है, तो इनू माइनस कर दिंदे आपां। चलो इन माइनस करते हैं। 4 माइनस 1 क्या आया बेटे 3 आया, नज़र आ रहा है। मैं टाइट लिखण का कारण ये है कि तुहानूं सारा सम एक बारी नज़र आ जाए। 2 माइनस 2 की आ गया 0, 5 माइनस 8 की आ गया -3। तो समझ गए ना कि पिछले सम ते सम की फर्क आ। पिछले सम च ऑलरेडी 1 to 10 नंबर्स दिते हुए सी, रैंक देने की लोड़ नहीं सी। ਇਹਦੇ ਵਿੱਚ ਆਪਾਂ ਨੂੰ डिफरेंट टाइप ऑफ टर्म्स दित्तियां हुई सी, दैट्स वाई वी नीड टू गिव इट रैंक। तो ਆਪਾਂ ਨੂੰ रैंक देने की जरूरत सी, दैट्स वाई असी सी रैंकिंग की। ओके, तो 6 माइनस 6 की आ गया 0, 8 माइनस 5 की आ गया 3, 7 माइनस 4 3, 3 माइनस 9 -6, -2, -1 एंड 3। राइट बेटे, हुण की करांगे आपां, हुण इहदा स्क्वेयर कर लांगे। 3 का स्क्वेयर किया 9 0 9 0 9 9 36 4 1 ते 9। एक चीज़ अपने माइंड जरूर रख लैनी है, वैन तुसी डी स्केयर कर दोगे तो कोई भी टर्म नैगेटिव नहीं बचूगी, क्योंकि स्क्वेयर तो बाद नैगेटिव भी पॉजिटिव हो जाते हैं। हुण आपां इन्हां नूं ऐड करना, सारिਆਂ नूं सिग्मा डी स्केयर फाइंड आउट करना है, तो फटाफट ऐड कर दिंदे आ। चलो करके देखिए, पहला 9 काउंट कर लैंदे आ। 1 2 3 4 ते 5, 9 5 जा 45 हो गया। 45 45 ते 46, 46 ते 4 50, 50 ते 36 86, यानी कि सिग्मा डी स्केयर अपने को कितना आ गया बेटे 86 आ गया। गॉट इट और नॉट? आई थिंक दैट यू अंडरस्टैंड इट फुली कि जिहड़े मेरे को टर्म सीगियां मैं उन्होंने रैंक दे दिता है। सब तो वड्डी वाली नूं फर्स्ट ते उस तो बाद फिर डिक्रीजिंग ऑर्डर चलते रहे। उस तरह ही सैकेंड सीरीज़ विच R2 दे दिता रैंक, दोवां नूं माइनस किया तो D आ गया, स्क्वेयर किया तो D स्क्वेयर आ गया। हुण अपना फॉर्मूला की है, वी विल राइट डाउन द फॉर्मूला ओवर हेयर। मैं फॉर्मूला लिखण लगी हाँ, तुसी बोलो, मैं लिख दिनी हाँ। RK इज़ इक्वल टू 1 माइनस 6 सिग्मा डी स्केयर ओवर n³ माइनस n। देखो बड़ी वड्डी मिसटेक होंदी है इत्थे, ज़्यादातर बच्चे की करते हैं वो इस दा डिफरेंस नहीं समझते कि जी ये वाली न्यूमीरेटर सिर्फ ये नीचे है, तुसी आ पूरी लाइन नहीं लगा देनी। आ जस्ट दिस इज़ आ वाला पार्ट अलग है, 1 माइनस दिस इज़। ठीक है, आ चीज़ जी है ये नीचे ही कला डिनोमीनेटर है, नॉट ओवर हेयर। ठीक है, एन तो हम अपने को 10 नहीं है। चलो कैलकुलेशन करते हैं। 1 माइनस 6 सिग्मा डी स्केयर कितना आ गया 86 बेटे, तो n³ n कितनी है 10 दा क्यूब माइनस 10। राइट, तो 1 माइनस मल्टीप्लाई करनी है कर लो। तो जे कैलकुलेटर हैगा तो नहीं हैगा तो देखो आप पिछले सम भी मैं किया 10 × 10 × 10 1000 आ गया, 1000 आ गया। 1000 चो 10 माइनस किया 990 आ गया। ओके, सिंपल वे ये है, तुहाडे कोल कैलकुलेटर है, तुसी 6 नूं 86 नाल मल्टीप्लाई कर लो। 6 नूं 86 नाल मल्टीप्लाई किया तो कितना आ गया, छिकम 36
34851 512/990। ठीक है बेटे, 990 आ गया, 512 बटा 512 नहीं, छिकम छिकम 36 सॉरी, बोल कुछ रहे हैं लिख कुछ रहे हैं। तो 516/990। ਤਾਂ ਤੁਸੀਂ ਕੀ ਕਰੋਗੇ, ਇਹਨੂੰ ਹੁਣ 516 ਨੂੰ ਕੈਲਕੂਲੇਟਰ ਦੇ ਨਾਲ 990 ਤੇ ਡਿਵਾਈਡ ਕਰ ਦੋਗੇ। ਜਦੋਂ ਡਿਵਾਈਡ ਕਰ ਦੋਗੇ ਤਾਂ ਉਹ ਕਿੰਨਾ ਆ ਗਿਆ 0.52। ਠੀਕ ਹੈ ਬੇਟੇ, 1 ਮਾਈਨਸ 0.52। ठीक है, इनू सबट्रैक्ट कर दो एंड यू विल गेट 0.48। 1 चों 0.52 माइनस करोगे तो कितना आ गया 0.48। ਇਹਦਾ मतलब है ਤੁਹਾਡੇ ਕੋਲੇ ਜਿਹੜੀ रैंक कोरिलेशन आ गई वो कितनी आ गई 0.48 आ गई। जेकर ये आ गई है then you will have to give a smile। ठीक है, ਤਾਂ ਹੋਪਫੁਲੀ ਤੁਹਾਨੂੰ ਸਮਝ ਆ ਗਈ ਹੋਣੀ ਦੋਨੋਂ ਪਾਰਟਸ ਦੀ ਰੈਂਕ ਕੋਰਿਲੇਸ਼ਨ ਦੇ ਕਿ ਜਦੋਂ ਆਪਾਂ ਨੂੰ ਰੈਂਕਸ ਗਿਵਨ ਹੁੰਦੇ ਆ ਤਾਂ ਸਮ ਕਿਵੇਂ ਕਰਨਾ ਤੇ ਜਦੋਂ ਰੈਂਕਸ ਗਿਵਨ ਨਹੀਂ ਹੁੰਦੇ ਤਾਂ ਸਮ ਕਿਵੇਂ ਕਰਨਾ। ਤਾਂ ਇਹ ਤਾਂ ਦੋ ਸਮ ਸੀ ਤੁਹਾਡੇ ਲਈ ਗਾਈਡੈਂਸ ਵਾਸਤੇ। ਹੁਣ ਬਾਕੀ ਦੇ ਸਾਰੇ ਸਮ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਿੰਨੀਆਂ ਵੀ ਸਟੇਟਮੈਂਟਸ ਮੈਂ ਦੇ ਰਹੀ ਹਾਂ ਉਹਨਾਂ ਡਿਸਕ੍ਰਿਪਸ਼ਨ ਬਾਕਸ ਵਿੱਚ ਸਟੇਟਮੈਂਟ ਨੂੰ ਕਰਨਾ ਹੈ। ਉਹਦੇ ਆਨਸਰਸ ਜਿਹੜੇ ਹੈਗੇ ਆ ਉਹ ਕਮੈਂਟ ਵਿੱਚ ਲਿਖਣੇ ਹੈ। I will not check your sums on WhatsApp first of all, right। ਤੇ ਮੈਂ ਕੋਈ ਵੀ ਤੁਹਾਨੂੰ ਉੱਥੇ ਦੱਸਣਾ ਨਹੀਂ ਹੈ ਕਿ ਤੁਹਾਡੇ ਆਨਸਰਸ ਰਾਈਟ ਹੈ ਜਾਂ ਰੋਂਗ ਹੈ। ਤੁਸੀਂ ਮੈਨੂੰ ਕਮੈਂਟ ਵਿੱਚ ਆਨਸਰ ਲਿਖੋ। ਤੁਹਾਡਾ ਆਨਸਰ -1 ਤੋਂ 1 ਦੇ ਵਿੱਚ ਲਾਈ ਕਰਨਾ ਚਾਹੀਦਾ। ਅਗਰ ਤੁਹਾਡਾ ਆਨਸਰ 1 ਤੋਂ ਗ੍ਰੇਟਰ ਆ ਰਿਹਾ ਤਾਂ ਵੀ ਰੋਂਗ ਹੈ, -1 ਤੋਂ ਲੈਸਰ ਆ ਰਿਹਾ ਤਾਂ ਵੀ ਰੋਂਗ ਆ। ਓਕੇ ਬੇਟੇ, ਤਾਂ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਟੌਪਿਕ ਅੱਜ ਦਾ ਸਮਝ ਆ ਗਿਆ ਹੋਊਗਾ। ਸਮਸ ਤੁਸੀਂ ਕਰ ਲੈਣੇ ਆ ਸਾਰੇ, ਨੂਮੈਰੀਕਲ ਤੁਸੀਂ ਕਰ ਲੈਣੇ ਆ ਸਾਰੇ। ਤਾਂ ਹੋਰ ਜਿਹੜੀਆਂ ਇਹਦੀਆਂ ਅਸਾਈਨਮੈਂਟਸ ਆ ਤੁਹਾਨੂੰ ਮੈਂ ਉਹ ਜ਼ਰੂਰ ਆਪਣਾ ਸਕੂਲ ਦਾ ਜਿਹੜਾ ਇੰਸਟਾ ਦਾ ਪੇਜ ਹੈਗਾ ਤੁਸੀਂ ਉਸ ਪੇਜ ਨੂੰ ਫੋਲੋ ਕਰੋ। ਤੁਹਾਨੂੰ ਉੱਥੇ ਜਿਹੜੀਆਂ ਸਟੇਟਮੈਂਟਸ ਜਾਂ ਕੋਈ ਵੀ ਕੁਐਰੀਜ਼ ਜਿਹੜੀਆਂ ਉੱਥੇ ਸੋਲਵ ਕੀਤੀਆਂ ਜਾਣਗੀਆਂ ਤੁਹਾਡੀਆਂ। ਤਾਂ ਵੀਡੀਓਜ਼ ਨੂੰ ਵਾਚ ਕਰਦੇ ਰਹੋ ਤੇ ਇਸ ਚੈਨਲ ਨੂੰ ਸਪੋਰਟ ਕਰਦੇ ਰਹੋ। ਥੈਂਕ ਯੂ ਬੇਟੇ, ਬਾਏ, ਸੀ ਯੂ, ਟੇਕ ਕੇਅਰ।